ਆ ਬੁਲਾਰੇ ਬਣ ਕੇ ਬੋਲ ਰਹੇ ਅਕਾਲ ਤਖਤ ਸਾਹਿਬ ਤੇ ਅਕਾਲੀ ਦਲ ਬਾਦਲ ਦੇ ਵੀ ਜਿਸ ਵੇਲੇ ਗੁਰੂ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ ਤੇ ਉਹ 4.5 ਮਹੀਨਾ ਤੱਕ ਲੱਭ ਨਹੀਂ ਸਕਿਆ ਤੇ ਉਸ ਵੇਲੇ ਜਾਂਚ ਨੂੰ ਕਿਹਨੇ ਭੜਕਾ ਦਿੱਤਾ ਸੀਗਾ। ਗੁਰੂ ਸਾਹਿਬ ਦੀ ਬੇਅਦਬੀ ਰੋਕਣ ਵਾਸਤੇ ਤੁਸੀਂ ਖੁਫੀਆ ਕੈਮਰੇ ਨਹੀਂ ਲਾਏ, ਕੋਈ ਯਤਨ ਨਹੀਂ ਕੀਤਾ ਉਸ ਵੇਲੇ ਸਰਕਾਰ ਨੇ। ਤੇ ਦੂਜੇ ਪਾਸੇ ਸੌਦੇ ਆਏ ਦੇ ਫਿਲਮਾਂ ਦੇ ਪੋਸਟਰਾਂ ਦੀ ਰਾਖੀ ਕਰਦੇ ਰਹੇ ਪੁਲਿਸ ਮੁਲਾਜ਼ਮ ਕਿ ਤੁਹਾਡੀ ਗੁੰਡਾ ਫੋਰਸ ਨੇ ਉਹ ਸਰੂਪਾਂ ਦੀ ਖੋਜ ਮੰਗਦੇ ਵੀ ਕਿੱਥੇ ਗਏ ਸਰੂਪ, ਕਿ ਉਹ ਕਿਵੇਂ ਕੁੱਟੇ, ਕਿਵੇਂ ਦਸਤਾਰਾਂ ਲਾਈਆਂ, ਕਿਵੇਂ ਬੇਅਦਬੀਆਂ, ਉਹ ਨਹੀਂ ਉਹ ਕੀ ਕਰੋਗੇ। ਉਹ ਜਿਹੜੇ ਰੈਫਰੈਂਸ ਲਾਇਬ੍ਰੇਰੀ ਦਾ ਵਾਪਸ ਆਇਆ ਹੋਇਆ ਖਜ਼ਾਨਾ ਜਿਨ੍ਹਾਂ ਨੇ ਖੁਰਦ-ਬੁਰਦ ਕਰ ਦਿੱਤਾ, ਉਹ ਜਥੇਦਾਰ ਤੂੰ ਜਾ ਕੇ ਆਪ ਲਿਖਵਾਏਗਾ ਉਹਨੂੰ ਤੇ 295 ਆਪਣੇ ਵੱਲੋਂ ਕਰਾਏਗਾ ਪਰਚਾ ਦਰਜ। ਅੱਜ ਜੋ ਬੀਬੀ ਜੰਗੀਰ ਕੌਰ ਰੌਲਾ ਪਾਉਂਦੀ ਹੈ ਵੀ ਉਸ ਵੇਲੇ ਆ ਇਹਨਾਂ ਪ੍ਰਚਾਰਕਾਂ ਨੇ ਖੂਨ ਦੇ ਪਹਿਲੇ ਦੇ ਨਾਲ ਨੇ ਦਬਾਅ ਪਾਤਾ, ਇਹਨੂੰ ਛੱਡੋ 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 ਇੱਦਾਂ ਬੋਲ ਰਹੇ ਸੀਗੇ ਵੀ ਅਸੀਂ ਛੱਡੋ ਛੱਡੋ ਕਰਨੀ ਸੀ। ਆ ਸੁਣ ਲਾ ਕਿਉਂ ਛੱਡੋ ਛੱਡੋ ਕੀਤੀ ਸੀ। ਆ ਬੀਬਾ ਜੰਗੀਰ ਕੌਰ ਸੁਣ ਲਾ, ਕਿੱਡੀ ਬੇਸ਼ਰਮੀ, ਆਪਣੀ ਜੀਪ ਦੇ ਉੱਤੇ ਆਪ ਗੋਲੀਆਂ ਮਾਰ ਕੇ, ਚਰਨਜੀਤ ਸ਼ਰਮਾ ਦੀ ਜੀਪ ਦੇ ਉੱਤੇ ਗੋਲੀਆਂ ਮਾਰ ਕੇ ਗੱਲ ਕੀ ਬਣਾਈ, ਕਹਿੰਦੇ ਸੰਗਤਾਂ ਨੇ ਜਿਪਸੀ ਦੇ ਉੱਤੇ ਫਾਇਰਿੰਗ ਕਰਤੀ SSP ਦੇ ਤੇ ਸਾਨੂੰ ਮਜਬੂਰ ਹੋ ਕੇ ਆਪਣੇ ਬਚਾਅ ਵਾਸਤੇ ਗੋਲੀਆਂ ਚਲਾਉਣੀਆਂ ਪਈਆਂ। ਇਹ ਗੱਲ ਬਣਾਈ ਸੀ ਨਾ। ਇਹ ਤਾਂ ਚਲੋ ਭਲਾ ਹੋਵੇ ਪਿਛਲੀ ਸਿੱਖ ਦਾ ਜਿਨ੍ਹਾਂ ਨੇ ਕੱਢ ਲਈ ਗੱਲ ਵੀ ਗੋਲੀਆਂ ਇਹਨਾਂ ਨੇ ਆਪ ਮਾਰੀਆਂ ਜਿਪਸੀ 'ਚ ਮੁੱਕ ਗਿਆ ਦੇ ਵਿੱਚ ਲਿਜਾ ਕੇ। ਹੁਣ 1 ਜੂਨ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੁੰਦਾ ਬੁਰਜ ਜਵਾਹਰ ਸਿੰਘ ਵਾਲਾ ਤੋਂ, ਤੇ ਜਿਹੜੇ ਅੱਜ ਕਹਿੰਦੇ ਨੇ ਵੀ ਉਸ ਵੇਲੇ ਸਾਨੂੰ ਧਰਨਾਕਾਰੀਆਂ ਨੇ ਭੜਕਾ ਦਿੱਤਾ, ਸਹੀ ਜਾਂਚ ਨਹੀਂ ਅਸੀਂ ਕਰ ਸਕੇ। ਅੱਜ ਜੋ ਸਾਬਕਾ IG ਖੱਟੜਾ ਇਹ ਗੱਲ ਕਹਿੰਦਾ ਹੈ, ਤੇ ਮੈਂ ਪੁੱਛਣਾ ਚਾਹੁੰਦਾ ਹਾਂ ਵੀ ਜਿਸ ਵੇਲੇ ਗੁਰੂ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ ਤੇ ਉਹ 4.5 ਮਹੀਨਾ ਤੱਕ ਲੱਭ ਨਹੀਂ ਸਕਿਆ ਤੇ ਉਸ ਵੇਲੇ ਜਾਂਚ ਨੂੰ ਕਿਹਨੇ ਭੜਕਾ ਦਿੱਤਾ ਸੀਗਾ। ਉਸ ਵੇਲੇ ਤਾਂ ਠੀਕ ਹੈ ਸੰਗਤਾਂ ਨੇ ਰੋਸ ਮੁਜ਼ਾਹਰੇ ਕੀਤੇ ਸੀ, ਕੋਈ ਧਰਨਾ ਨਹੀਂ ਲੱਗਿਆ ਉਸ ਵੇਲੇ, ਤਾਂ ਕੋਈ ਤੁਹਾਨੂੰ ਕਿਸੇ ਫੋਨ ਨੇ ਨਹੀਂ ਭੜਕਾਇਆ। ਦੇਖੋ ਕਿੱਡੀ ਵੱਡੀ ਸਾਡੀ ਮਹਾਨ ਸੰਸਥਾ ਹੈ ਅਕਾਲ ਤਖਤ ਸਾਹਿਬ। ਸਾਬਕਾ IG ਖੱਟੜਾ, ਬੀਬੀ ਜੰਗੀਰ ਕੌਰ, ਭਾਈ ਹਰਪ੍ਰੀਤ ਸਿੰਘ ਜਥੇਦਾਰ ਉੱਥੇ ਕਿਵੇਂ ਬਾਦਲ ਅਕਾਲੀ ਦਲ ਦੇ ਬੁਲਾਰੇ ਬਣ ਕੇ ਬੋਲ ਰਹੇ ਹੈ। ਕਿੱਡੇ ਅਫਸੋਸ ਦੀ ਗੱਲ ਹੈ। ਪੁੱਛਣਾ ਚਾਹੁੰਦਾ ਜਥੇਦਾਰ ਜੀ ਨੂੰ ਸੰਬੋਧਨ ਹੋ ਕੇ ਵੀ ਜਥੇਦਾਰ ਹਰਪ੍ਰੀਤ ਸਿੰਘ ਜੀ ਇੱਥੋਂ ਗੱਲ ਕਿਉਂ ਨਹੀਂ ਸ਼ੁਰੂ ਕੀਤੀ ਤੁਸੀਂ ਵੀ ਜਦੋਂ ਜਥੇਦਾਰਾਂ ਨੂੰ ਤਲਬ ਕੀਤਾ ਗਿਆ ਚੰਡੀਗੜ੍ਹ ਕੋਠੀ ਦੇ ਵਿੱਚ, ਇੱਥੋਂ ਕਿਉਂ ਨਹੀਂ ਸ਼ੁਰੂ ਕੀਤੀ। ਤੁਹਾਡਾ ਸਾਥੀ ਗੁਰਮੁਖ ਸਿੰਘ ਨੇ ਗੱਲ ਦੱਸੀ, ਅਸੀਂ ਤਾਂ ਕੋਲੋਂ ਇਲਜ਼ਾਮ ਨਹੀਂ ਲਾਇਆ ਕੋਈ। ਤੁਹਾਡਾ ਸਾਥੀ ਗੁਰਮੁਖ ਸਿੰਘ ਇਹ ਦੱਸਿਆ ਵੀ ਸਾਨੂੰ ਸਾਰਿਆਂ ਨੂੰ ਉੱਥੇ ਚੰਡੀਗੜ੍ਹ ਬਾਦਲ ਅਕਾਲੀ ਦਲ ਦੀ ਕੋਠੀ ਦੇ ਵਿੱਚ ਤਲਬ ਕੀਤਾ ਗਿਆ। ਫਿਰ ਉੱਥੇ ਜੋ ਚਿੱਠੀ ਦਿੱਤੀ ਗਈ ਉਹ ਮਾਫੀਨਾਮਾ ਕਹਿ ਕੇ ਵੀ ਆ ਮਾਫੀਨਾਮਾ ਆਏਗਾ ਕਬੂਲ ਕਰੋ, ਦੂਜਾ ਝੂਠ ਬੋਲਿਆ ਗਿਆ। ਜਦ ਕਿ ਸੌਦੇ ਵਾਲਾ ਉਸ ਵੇਲੇ ਉਹਦਾ ਬਿਆਨ ਅਜੀਤ ਅਖਬਾਰ 'ਚ ਵੀ ਛਪਿਆ, ਕਹਿੰਦਾ ਮੈਂ ਕੋਈ ਮਾਫੀਨਾਮਾ ਨਹੀਂ ਭੇਜਿਆ, ਇਹਨਾਂ ਦੇ ਬੰਦੇ ਆਏ ਸੀ ਮੈਥੋਂ ਇੱਕ ਕਾਗਜ਼ ਤੇ ਦਸਤਖਤ ਕਰਾ ਕੇ ਲੈ ਗਏ ਸੀਗੇ। ਉਸ ਤੋਂ ਬਾਅਦ ਉਹ ਹਿੰਦੀ ਵਿੱਚ ਲਿਖਿਆ ਗਿਆ, ਫਿਰ ਉਹ ਪੰਜਾਬੀ ਵਿੱਚ ਕਿਵੇਂ ਬਦਲ ਗਿਆ ਅਕਾਲ ਤਖਤ ਸਾਹਿਬ ਤੇ ਆਉਂਦਾ, ਕਿਹਨੇ ਟਰਾਂਸਲੇਸ਼ਨ ਕੀਤੀ ਉਹਦੇ ਬਾਰੇ ਉਹ ਕਿਉਂ ਨਹੀਂ ਦੱਸਦੇ ਅੱਜ ਤੱਕ, ਜਦ ਕਿ ਉਹਨੇ ਮਾਫੀ ਮੰਗੀ ਨਹੀਂ, ਬਿਨਾਂ ਮੰਗੀ ਮਾਫੀ ਦਿੱਤੀ ਗਈ। ਉਹ ਕੋਈ ਸ਼ਰਨ ਨਹੀਂ ਆਇਆ। ਇੱਥੇ ਉਹ ਲਾਗੂ ਨਹੀਂ ਹੁੰਦਾ ਵੀ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਬਿਰਧ ਸੁਆਮੀ ਸੰਦਾ। ਤੇ ਜਿਸ ਵੇਲੇ ਉਸ ਨੂੰ ਮਾਫੀ ਦੇ ਦਿੱਤੀ ਗਈ ਤੇ ਨਾਲ ਦੀ ਨਾਲ ਸ਼ੁਰੂ ਕੀ ਹੋਇਆ, ਉਹ ਮਾਫੀ ਨੂੰ ਸਹੀ ਸਿੱਧ ਕਰਨ ਵਾਸਤੇ ਗੁਰੂ ਦੀ ਗੋਲਕ ਦਾ ਉਜਾੜਾ ਕੀਤਾ ਗਿਆ। ਕਿੰਨਾ 91 ਲੱਖ ਰੁਪਈਆ। ਤੇ ਉਧਰੋਂ ਕੀ ਹੋਇਆ ਫਿਰ, ਉਧਰ ਮਾਫੀਨਾਮਾ ਤੇ ਉਧਰ ਅਸਥਿਆਰ ਲੱਗਦਾ ਹੈ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ। ਉਹਦੇ ਵਿੱਚ ਤੁਹਾਨੂੰ ਪਤਾ ਕਿੰਨੀ ਵੱਡੀ ਸ਼ਬਦਾਵਲੀ ਵਰਤੀ ਗਈ ਹੈ ਗੁਰਸਿੱਖਾਂ ਵਾਸਤੇ, ਤੇ ਉੱਪਰ ਬਕਾਇਦਾ ਲਿਖਿਆ ਹੋਇਆ ਉਹਦੇ ਧੰਨ ਧੰਨ ਸਤਿਗੁਰੂ ਤੇਰੇ ਹੀ ਆਸਰਾ, ਵੀ ਕਿੰਨਾ ਦਾ ਉਹ ਪੋਸਟਰ। ਉਸ ਤੋਂ ਬਾਅਦ ਮੈਂ ਪੁੱਛਣਾ ਚਾਹੁੰਦਾ ਹਾਂ ਉਸ ਵੇਲੇ ਦੇ ਪੁਲਿਸ ਅਫਸਰ ਨੂੰ ਦੱਸੋਗੇ ਵੀ ਕਿੰਨੇ ਤੁਸੀਂ ਡੇਰਾ ਪ੍ਰੇਮੀ ਫੜ ਕੇ ਤਫਤੀਸ਼ ਕੀਤੀ, ਕਿਉਂਕਿ ਪੋਸਟਰ ਉਹਨਾਂ ਦੇ ਨਾਂ ਦਾ ਲੱਗਿਆ ਹੋਇਆ ਸੀਗਾ। ਉਹਦੇ ਵਿੱਚ ਧਮਕੀ ਦਿੱਤੀ ਕਿ ਚੈਲੰਜ ਕੀਤਾ ਗਿਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਕਰਾਂਗੇ, ਬਰਗਾੜੀ ਦੀਆਂ ਗਲੀਆਂ 'ਚ ਸਥਾਨ ਵੀ ਦੱਸਤਾ। ਤੇ ਦੱਸੋਗੇ ਤੁਸੀਂ ਵੀ 25 ਸਤੰਬਰ ਤੋਂ ਲੈ ਕੇ 12 ਅਕਤੂਬਰ ਤੱਕ ਤੁਸੀਂ ਕੀ ਕੀਤਾ। ਤੇ ਗੁਰੂ ਸਾਹਿਬ ਦੀ ਬੇਅਦਬੀ ਰੋਕਣ ਵਾਸਤੇ ਤੁਸੀਂ ਖੁਫੀਆ ਕੈਮਰੇ ਨਹੀਂ ਲਾਏ, ਕੋਈ ਯਤਨ ਨਹੀਂ ਕੀਤਾ ਉਸ ਵੇਲੇ ਸਰਕਾਰ ਨੇ। ਤੇ ਦੂਜੇ ਪਾਸੇ ਸੌਦੇ ਆਏ ਦੇ ਫਿਲਮਾਂ ਦੇ ਪੋਸਟਰਾਂ ਦੀ ਰਾਖੀ ਕਰਦੇ ਰਹੇ ਪੁਲਿਸ ਮੁਲਾਜ਼ਮ। ਤੇ ਫਿਰ ਬੇਅਦਬੀ ਹੋ ਗਈ 12 ਅਕਤੂਬਰ 2015 ਨੂੰ। ਬੇਅਦਬੀ ਤੋਂ ਬਾਅਦ ਸੰਗਤਾਂ ਨੇ ਜੋ ਇਕੱਤਰ ਹੋ ਕੇ ਫੈਸਲਾ ਕੀਤਾ, ਫੈਸਲੇ ਦੇ ਮੁਤਾਬਕ ਧਰਨਾ ਲੱਗ ਗਿਆ ਕੋਟਕਪੂਰਾ ਚੌਂਕ ਦੇ ਵਿੱਚ।
ਆ ਸੁਣਿਓ ਸਾਬਕਾ ਆਈਜੀ ਖੱਟੜਾ, ਸੁਣੋ 13 ਤਰੀਕ ਨੂੰ ਗ੍ਰਿਫਤਾਰੀਆਂ ਦੇਤੀਆਂ ਸੀ ਤਾਂ ਤੇ ਤੁਹਾਨੂੰ ਤਾਂ ਵਿਹਲੇ ਕਰਤਾ ਸੀ ਜਾਂਚ ਕਰਨ ਵਾਸਤੇ। ਜਿਹੜਾ ਤੁਸੀਂ ਕਹਿੰਦੇ ਹੋ ਵੀ ਧਰਨਾਕਾਰੀਆਂ ਨੇ ਜਾਂਚ ਭੜਕਾ ਦਿੱਤੀ ਹੈ, ਤੁਹਾਡੇ ਤੇ ਇਦਾਂ ਦਬਾਅ ਪਾਉਂਦੇ ਰਹੇ, ਦਬਾਅ ਕਿਹੜਾ ਤਾਂ 12 ਤਰੀਕ ਨੂੰ ਧਰਨਾ ਲੱਗਿਆ, 13 ਤਰੀਕ ਨੂੰ ਸੁਬਾਹ ਤੁਹਾਨੂੰ ਗ੍ਰਿਫਤਾਰੀਆਂ ਦੇ ਦਿੱਤੀਆਂ ਸੀ ਤਾਂ। ਤੇ ਜੇ ਤੁਸੀਂ ਉਸ ਦਿਨ ਗ੍ਰਿਫਤਾਰ ਕੀਤਾ ਸਾਨੂੰ ਤੇ ਜੇਲ੍ਹ ਭੇਜ ਦਿੰਦੇ ਤੇ ਦੁਬਾਰਾ ਧਰਨੇ ਲਾਉਣ ਦੀ ਕਿਉਂ ਨੌਬਤ ਆਉਂਦੀ? ਸਾਰੇ ਸਿੰਘਾਂ ਨੂੰ, ਸਾਰੇ ਜਥੇਬੰਦੀਆਂ ਦੇ ਮੁਖੀ ਨੂੰ ਜੇਲ੍ਹਾਂ 'ਚ ਭੇਜਦੇ ਤੇ ਧਰਨਾ ਤਾਂ ਚੁੱਕਿਆ ਗਿਆ ਸੀ ਉਸ ਦਿਨ ਕੋਟਕਪੂਰਾ ਚੌਂਕ ਦੇ ਵਿੱਚੋਂ। ਤੁਸੀਂ ਹੀ ਮਾਹੌਲ ਖਰਾਬ ਹੋਣ ਦਿੱਤਾ। ਫਿਰ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਫਿਰ ਦੁਬਾਰਾ ਧਰਨੇ ਤੇ ਬੈਠੇ ਕਿਉਂਕਿ ਤੁਸੀਂ ਗ੍ਰਿਫਤਾਰ ਤੇ ਜੇਲ੍ਹਾਂ ਨਹੀਂ ਭੇਜੀ, ਦੁਬਾਰਾ ਧਰਨਾ ਲੱਗ ਪਿਆ। ਸਾਨੂੰ ਤੁਸੀਂ ਨਾ ਛੱਡਦੇ ਸੀ ਤਾਂ ਗ੍ਰਿਫਤਾਰੀ, ਫਿਰ ਤੁਸੀਂ ਕਿਹਾ ਸਾਨੂੰ ਦੁਬਾਰਾ ਗ੍ਰਿਫਤਾਰੀਆਂ ਦਿਓ ਤੇ ਅਸੀਂ ਕੀ ਕਿਹਾ ਵੀ ਕੱਲ੍ਹ ਵਾਲੀ ਨਾ ਕਰਿਓ ਵਾਅਦਾ ਖਿਲਾਫੀ। ਤੇ ਕੀ ਕਿਹਾ ਗਿਆ ਸਾਨੂੰ? ਸਾਰੀਆਂ ਸੰਗਤਾਂ ਨੂੰ ਕੀ ਕਿਹਾ ਵੀ ਤੁਹਾਨੂੰ ਪ੍ਰੋਪਰਲੀ ਗ੍ਰਿਫਤਾਰ ਕਰਕੇ ਤੁਹਾਨੂੰ ਬਕਾਇਦਾ ਜੇਲ੍ਹਾਂ ਵਿੱਚ ਭੇਜਾਂਗੇ। ਤੇ ਮੈਂ ਕਿਹਾ ਸਾਡਾ ਇਹ ਜੇਲ੍ਹ ਭਰੋ ਅੰਦੋਲਨ ਸ਼ੁਰੂ ਅੱਜ ਤੋਂ, ਅਸੀਂ ਅੰਦੋਲਨ ਸ਼ੁਰੂ ਕਰ ਰਹੇ ਹਾਂ ਤੇ ਕੱਲ੍ਹ ਵਾਲੀ ਸਾਡੇ ਨਾਲ ਵਾਅਦਾ ਖਿਲਾਫ। ਅਸੀਂ ਦੁਬਾਰਾ ਫਿਰ ਯਕੀਨ ਕੀਤਾ ਦੁਬਾਰਾ, ਤੇ ਉਸ ਤੋਂ ਬਾਅਦ ਫੈਸਲਾ ਕਰਨਾ ਹੀ ਸੀ ਕੀ ਵੀ ਨਾ ਤਾਂ ਤੁਸੀਂ ਸਾਨੂੰ ਸ਼ਾਂਤਮਈ ਧਰਨਾ ਲਾਉਣ ਦਿੰਦੇ ਹੋ, ਅਸੀਂ ਸ਼ਾਂਤਮਈ ਧਰਨੇ ਤੇ ਬੈਠੇ ਸੀਗੇ, ਤੇ ਨਾ ਤੁਸੀਂ ਸਾਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਭੇਜਦੇ ਹੋ। ਤੇ ਫਿਰ ਕਰੇ ਕੋਈ ਕੀ? ਉਸ ਵੇਲੇ ਫਿਰ ਸੰਗਤ ਨੇ ਫੈਸਲਾ ਕੀਤਾ ਵੀ ਆਪਾਂ ਨੂੰ ਕਿੱਦਾਂ ਇਹ ਜਲੀਲ ਕਰ ਰਹੇ ਹੈ, ਦੁਬਾਰਾ ਵਾਅਦਾ ਖਿਲਾਫੀ ਆਪਣਾ ਕਰ ਰਹੇ ਹੈ। ਲਓ ਜੀ ਹੁਣ ਬਹਿ ਜਾਓ, ਹੁਣ ਨਹੀਂ ਉੱਠਣਾ, ਜੋ ਮਰਜ਼ੀ ਹੋ ਜੇ। ਕਿਹੜਾ ਤੁਹਾਡੇ ਤੇ ਪ੍ਰੈਸ਼ਰ ਪੈ ਰਿਹਾ ਸੀ ਪਿੱਛੋਂ ਦੁਬਾਰਾ ਵੀ ਛੇਤੀ ਉਠਾਓ ਛੇਤੀ ਉਠਾਓ ਛੇਤੀ ਉਠਾਓ? ਇਹ ਕਾਰਨ ਕੀ ਸੀ? ਤੇ ਫਿਰ ਤੁਹਾਨੂੰ ਪਤਾ ਫਿਰ ਕੀ ਹੋਇਆ? ਨਿਤਨੇਮ ਦੀਆਂ ਕਰਦੀਆਂ ਸੰਗਤਾਂ ਤੇ ਪਾਣੀ ਦੀਆਂ ਵਿਛਾੜਾਂ, ਅਥਰੂ ਗੈਸ ਦੇ ਗੋਲੇ, ਲਾਠੀ ਚਾਰਜ, ਕੁਝ ਸਮੇਂ ਦੇ ਬਾਅਦ ਗੋਲੀਆਂ ਚਲਾ ਦਿੱਤੀਆਂ, ਸੰਗਤਾਂ ਨੂੰ ਪਿੱਛਾ ਕਰ ਕਰਕੇ ਕੁੱਟਿਆ ਗਿਆ। ਇੰਨਾ ਜ਼ੁਲਮ, ਐਡਾ ਜ਼ਬਰ, ਨਾ ਸ਼ਾਂਤਮਈ ਧਰਨੇ ਤੇ ਬੈਠਣ ਦਿੱਤਾ, ਨਾ ਸਾਨੂੰ ਗ੍ਰਿਫਤਾਰ ਕੀਤਾ। ਐਡਾ ਜ਼ੁਲਮ ਹੋਇਆ ਉੱਥੇ। ਤੇ ਫਿਰ ਤੁਹਾਨੂੰ ਪਤਾ ਅੱਗੇ ਬਾਈਬਲ ਕਲਾਂ ਕੀ ਹੋਇਆ? 2 ਸਿੰਘ ਸ਼ਹੀਦ ਕਰ ਦਿੱਤੇ ਗੋਲੀਆਂ ਚਲਾ ਕੇ। ਤੇ ਬਾਕੀ ਕਿੰਨੇ ਫੱਟੜ ਹੋਏ? ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਗੁਰਜੀਤ ਸਿੰਘ ਜੀ ਸਰਾਵਾਂ, ਸਾਰਿਆਂ ਨੂੰ ਪਤਾ ਨਾਵਾਂ ਦਾ। ਤੇ ਫਿਰ ਇੱਕੋ ਸਿੰਘ ਸੀ ਮੇਰਾ ਖਿਆਲ ਬੇਅੰਤ ਸਿੰਘ ਸੀ ਉਹਨਾਂ ਦਾ ਨਾਮ, ਬੇਅੰਤ ਸਿੰਘ, ਹਾਂਜੀ। ਉਹ ਬਹੁਤ ਗਹਿਰੇ ਜ਼ਖਮੀ ਹੋਏ ਸੀ, ਬਹੁਤ ਉਹਨਾਂ ਦੇ ਕਿਡਨੀ ਦੇ ਕੋਲ ਲੱਗਿਆ ਸੀ ਉਹਨਾਂ ਦੇ ਫਾਇਰ। ਸੋ ਹੋਰ ਪਤਾ ਨਹੀਂ ਕਿੰਨੇ ਸਿੰਘ ਫੱਟੜ ਹੋਏ। ਤੇ ਉਹ ਤਾਂ ਇੱਕ ਲਿੰਕ ਰੋਡ ਦੇ ਉੱਤੇ ਬੈਠੇ ਸੀਗੇ। ਫੇਰ ਦੇਖੋ ਏਡੀ ਬੇਸ਼ਰਮੀ, ਆਪਣੀ ਜੀਪ ਦੇ ਉੱਤੇ ਆਪ ਗੋਲੀਆਂ ਮਾਰ ਕੇ, ਚਰਨਜੀਤ ਸ਼ਰਮਾ ਦੀ ਜੀਪ ਦੇ ਉੱਤੇ ਗੋਲੀਆਂ ਮਾਰ ਕੇ ਗੱਲ ਕੀ ਬਣਾਈ? ਕਹਿੰਦੇ ਸੰਗਤਾਂ ਨੇ ਜਿਪਸੀ ਦੇ ਉੱਤੇ ਫਾਇਰਿੰਗ ਕਰਤੀ SSP ਦੇ, ਤਾਂ ਸਾਨੂੰ ਮਜਬੂਰ ਹੋ ਕੇ ਆਪਣੇ ਬਚਾਅ ਵਾਸਤੇ ਗੋਲੀਆਂ ਚਲਾਉਣੀਆਂ ਪਈਆਂ। ਇਹ ਗੱਲ ਬਣਾਈ ਸੀ ਨਾ। ਇਹ ਤਾਂ ਚਲੋ ਭਲਾ ਹੋਵੇ ਪਿਛਲੀ ਸਿੱਟ ਦਾ, ਜਿਨ੍ਹਾਂ ਨੇ ਕੱਢ ਲਈ ਗੱਲ ਵੀ ਗੋਲੀਆਂ ਇਹਨਾਂ ਨੇ ਆਪ ਮਾਰੀਆਂ ਜਿਪਸੀ 'ਚ ਮੋਟਰ ਗੈਸ ਦੇ ਵਿੱਚ ਲਿਜਾ ਕੇ। ਇਹ ਤੋਂ ਵੱਡੀ ਬੇਸ਼ਰਮੀ ਹੋ ਸਕਦੀ ਹੈ ਕੋਈ? ਸੰਗਤਾਂ ਦੇ ਉਹ ਪਰਚਾ ਵੀ ਬਾਈਬਲ ਕਾਲਾਂ ਪਰਚੇ ਵੀ ਸੰਗਤਾਂ ਨੇ ਦਰਜ ਕੀਤਾ। ਉਹ ਗੋਲੀਆਂ ਟੇਪੜ ਸਬੂਤ ਮਟਾਉਣ ਵਾਸਤੇ ਤੁਸੀਂ ਕਿਹੜੀ ਕਸਰ ਛੱਡੀ ਹੈ? ਪਹਿਲਾਂ ਤੁਸੀਂ ਸਾਰੇ 12 ਬੋਰ ਦੇ ਲਾਇਸੈਂਸ ਵਾਲੇ ਇਲਾਕੇ 'ਚੋਂ ਫੜਨੇ ਸੀਗੇ, ਫੜ ਕੇ ਪਤਾ ਨਹੀਂ ਕਿਹਦੇ ਤੇ ਕੇਸ ਬਣਾਉਣੇ ਸੀ ਵੀ ਤੇਰੀ 12 ਬੋਰ 'ਚ ਚੱਲੀਆਂ ਗੋਲੀਆਂ, ਤੇਰੀ 12 ਬੋਰ 'ਚ ਚੱਲੀਆਂ। ਹਲ ਕੀ ਹੋਣਾ ਸੀ ਸਿੰਘਾਂ ਦਾ? ਅੱਜ ਤੱਕ ਤੁਸੀਂ ਇਹ ਕਰਨਾ ਸੀ ਸਾਨੂੰ। ਸੰਗਤਾਂ ਦਾ ਚਲੋ ਪਰਚਾ ਵੀ ਵਾਪਸ ਲਿਆ, ਵੱਖਰਾ ਵਿਸ਼ਾ। ਉਸ ਵੇਲੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੇ, ਪਰ ਉਹ ਪਰਚਾ ਰੱਦ ਨਹੀਂ ਹੋਇਆ। ਫਿਰ ਬੇਸ਼ਰਮੀ, ਉਹ ਪਰਚਾ ਆਪ ਕਹਿ ਕੇ ਉਹ ਰੱਦ ਨਾ ਕੀਤਾ। ਫਿਰ ਅੱਗੇ ਆ ਜਾਓ। ਉਸ ਤੋਂ ਬਾਅਦ ਕੀ ਹੋਇਆ? ਅੱਜ ਜਿਵੇਂ ਰੌਲਾ ਪਾਇਆ ਜਾ ਰਿਹਾ ਹੈ, ਉਸ ਵੇਲੇ ਇਹਨਾਂ ਨੇ ਰੌਲਾ ਪਾਤਾ ਤਾਂ ਬੇਅਦਬੀ ਦੇ ਦੋਸ਼ੀ ਫੜ ਲਏ। ਅੱਜ ਜੋ ਬੀਬੀ ਜੰਗੀਰ ਕੌਰ ਰੌਲਾ ਪਾਉਂਦੀ ਹੈ ਵੀ ਉਸ ਵੇਲੇ ਇਹਨਾਂ ਪ੍ਰਚਾਰਕਾਂ ਨੇ ਖੂਨ ਦੇ ਪਹਿਲੇ ਦੇ ਨਾਲ ਨੇ ਦਬਾਅ ਪਾਤਾ, ਇਹਨੂੰ ਛੱਡੋ ਇੱਦਾਂ ਬੋਲ ਰਹੇ ਸੀਗੇ ਵੀ ਅਸੀਂ ਛੱਡੋ ਕਰਨੀ ਸੀ। ਆ ਸੁਣ ਲਾ ਕਿਉਂ ਛੱਡੋ ਕੀਤੀ ਸੀ? ਆ ਬੀਬਾ ਜੰਗੀਰ ਕੌਰ ਸੁਣ ਲਾ, ਛੱਡੋ ਕਾਹਤੇ ਕੀਤੀ? ਉਹ ਛੱਡੋ ਕੀਤੀ। ਪਹਿਲਾਂ ਤਾਂ ਜਿਹੜੇ ਦੋਸ਼ ਲਾਏ ਸੀਗੇ ਵੀ ਇਹਨਾਂ ਨੂੰ ਵਿਦੇਸ਼ੀ ਫੰਡਿੰਗ ਹੋਈ ਹੈ, ਉਹ ਝੂਠ ਨਿਕਲਿਆ ਤੁਹਾਡਾ। ਫਿਰ ਤੁਸੀਂ ਦੂਜਾ ਝੂਠ ਕੀ ਫੈਲਾਇਆ ਸੀਗਾ? ਦੂਜਾ ਝੂਠ ਵੀ ਪੰਚਾਇਤਾਂ ਦੇ ਸਾਹਮਣੇ ਮੰਨ ਗਏ ਉਹ। ਤੇ ਜਦੋਂ ਅਸੀਂ ਜਾ ਕੇ ਗੱਲ ਕੀਤੀ, ਮੈਂ ਜਾ ਕੇ ਗੱਲ ਕੀਤੀ ਪੰਚਾਇਤ ਨਾਲ, ਸਰਪੰਚ ਨਾਲ, ਪੰਜਗਰਾਈ ਦੇ ਨਾਲ, ਉਸ ਵੇਲੇ ਉਹ ਕਹਿੰਦੇ ਨਹੀਂ ਬਿਲਕੁਲ ਝੂਠ ਹੈ ਜੀ। ਤੇ ਤੀਜਾ, ਇਹ ਜਿਹੜੇ ਤੁਸੀਂ ਅੱਜ ਅੰਗਾਂ ਦੀ ਗੱਲ ਘਮਾਉਣੇ ਹੋ, ਉਸ ਵੇਲੇ ਬਰਗਾੜੀ ਵਾਲੀ ਬੇਅਦਬੀ ਦਾ ਕੇਸ ਪਾਉਂਦੀ ਸੀ ਰਵਿੰਦਰ ਸਿੰਘ ਹੋਰਾਂ ਤੇ। ਉਸ ਵੇਲੇ ਕੀ ਗੱਲ ਬਣਾਈ ਸੀ? ਕਹਿੰਦੇ ਜੀ ਬੇਅਦਬੀ ਦੇ ਦੋਸ਼ੀ ਫੜੇ ਗਏ। ਪ੍ਰੈਸ ਕਾਨਫਰੰਸ ਕਰਕੇ ਕਿਹਾ ਉਸ ਵੇਲੇ ਜੋ ਮੇਰਾ ਖਿਆਲ ਮੁਖੀ ਸੀ ਸਿੱਟ ਦੇ ADGP ਇਕਬਾਲਪ੍ਰੀਤ ਸਿੰਘ ਸਹੋਤਾ ਤੇ ਨਾਲ ਸੁਖਬੀਰ ਸਿੰਘ ਬਾਦਲ ਬੈਠਾ ਉਸ ਵੇਲੇ। ਤੇ ਕੀ ਕਿਹਾ? ਕਹਿੰਦੇ ਬੇਅਦਬੀ ਦੇ ਦੋਸ਼ੀ ਫੜੇ ਗਏ, ਕਹਿੰਦੇ ਪੰਜਗਰੇ ਦੇ 2 ਭਰਾ। ਤੇ ਕਹਿੰਦਾ ਮੈਂ ਹੁਣ ਗੁਰਦੁਆਰਾ ਸਾਹਿਬ ਜਾਣਾ ਹਾਂ ਸ਼ੁਕਰਾਨਾ ਕਰਨ ਮਹਾਰਾਜ ਦਾ। ਦੋਸ਼ੀ ਨੇ ਜੀ, ਧਰਨੇ ਵਾਲੇ ਦੋਸ਼ੀ ਨੇ ਜੀ। ਅੱਜ ਕਿਹਾ ਜਾ ਰਿਹਾ ਨਾ ਧਰਨੇ ਵਾਲੇ ਦੋਸ਼ੀ। ਜਗੀਰ ਕੌਰ ਵੀ ਗੱਲ ਕਹਿੰਦੀ ਹੈ। ਮੈਂ ਪੁੱਛਣਾ ਚਾਹੁੰਦਾ, ਜੋਰਾ ਸਿੰਘ ਕਮਿਸ਼ਨ ਤੁਸੀਂ ਬਣਾਇਆ ਸੀ ਨਾ, ਤੇ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ
ਤੁਹਾਡੇ ਆ ਬਣਾਇਆ ਕਮਿਸ਼ਨ ਬਾਦਲ ਸਰਕਾਰ ਵੇਲੇ ਤੁਸੀਂ ਰਿਪੋਰਟ ਕਰ ਦਿੰਦੇ ਜਾਰੀ ਹੋ। ਕੀ ਗੱਲ ਜੋਰਾ ਸਿੰਘ ਕਮਿਸ਼ਨ, ਜੋਰਾ ਸਿੰਘ ਤਾਂ ਹੁਣ ਮਗਰੋਂ ਵੀ ਬਿਆਨ ਦਿੰਦਾ ਹੈ, ਕਹਿੰਦੀ ਉਹ ਸਰਕਾਰ ਤਾਂ ਕਹਿੰਦੇ ਇਹ ਮਾਮਲਾ ਹੱਲ ਕਰਨਾ ਚਾਹੁੰਦੀ ਹੋਈ ਨਹੀਂ ਸੀਗੀ। ਜੋਰਾ ਸਿੰਘ ਅੱਜ ਕਹਿ ਰਿਹਾ, ਜਸਟਿਸ ਜੋਰਾ ਸਿੰਘ ਜੀ ਅੱਜ ਕਹਿ ਰਹੇ ਨੇ ਅੱਜ, ਤੇ ਉਹ ਤੁਸੀਂ ਕਿਉਂ ਨਹੀਂ ਜਾਰੀ ਕੀਤੀ? ਉਹ ਕਰ ਦਿੰਦੇ। ਉਸ ਤੋਂ ਬਾਅਦ ਜਸਟਿਸ ਜੀਤ ਸਿੰਘ ਕਮਿਸ਼ਨ ਬਣਿਆ, ਕਿੰਨੀਆਂ ਸਿੱਟਾਂ ਬਣੀਆਂ, ਧਰਨੇ ਵਾਲਿਆਂ ਨੂੰ ਕਿਹਨੇ ਦੋਸ਼ੀ ਮੰਨਿਆ ਦੱਸੋ? ਧਰਨਾਕਾਰੀਆਂ ਨੂੰ, ਪ੍ਰਚਾਰਕਾਂ ਨੂੰ ਤੁਸੀਂ ਕੋਈ ਖੌਤੀ ਪ੍ਰਚਾਰਕਾਂ ਦੱਸ ਦਿਓ, ਕੋਈ ਕੁਛ ਦੱਸ ਦਿਓ, ਤੇ ਉਹਨੂੰ ਦੱਸੋ ਮੈਨੂੰ ਕਿਹਨੇ, ਕਿਹੜੀ ਸਿੱਟ ਨੇ, ਕਿਹੜੇ ਕਮਿਸ਼ਨ ਨੇ ਦੋਸ਼ੀ ਮੰਨਿਆ ਕਿਸੇ ਧਰਨਾਕਾਰੀ ਨੂੰ ਅੱਜ ਤੱਕ ਦੱਸੋ, ਜਿੰਨੀਆਂ ਹੁਣ ਤੱਕ ਜਾਂਚਾਂ ਹੋ ਗਈਆਂ। ਜਿਹੜੇ ਇਹਨਾਂ ਤੋਂ ਅਸੀਂ ਸੰਗਤਾਂ ਨੂੰ ਸੁਚੇਤ ਕਰਦੇ ਹਾਂ, ਤੇ ਮੈਨੂੰ ਸਮਝ ਨਹੀਂ ਆਉਂਦੀ ਵੋਟਾਂ ਵੇਲੇ ਆ ਕੇ ਇਹਨਾਂ ਵੱਲੋਂ ਜਥੇਦਾਰ ਇੱਕ ਦਿਨ ਪਹਿਲਾਂ ਬਿਆਨ ਦੇ ਰਿਹਾ ਕਿ ਇਹਦਾ ਜੀ ਰਾਜਨੀਤੀਕਰਨ ਨਾ ਕੀਤਾ ਜਾਵੇ, ਤੇ ਆਪ ਹੀ ਅਕਾਲ ਤਖ਼ਤ ਸਾਹਿਬ ਦੀ ਮਹਾਂਸਭਾ ਦੇ ਇਕੱਠੇ ਹੋ ਕੇ ਇੱਕ ਰਾਜਨੀਤਿਕ ਦਲ ਦੇ ਬੁਲਾਰੇ ਬਣ ਗਏ। ਆ ਬੁਲਾਰੇ ਬਣ ਕੇ ਬੋਲ ਰਹੇ ਅਕਾਲ ਤਖ਼ਤ ਸਾਹਿਬ ਤੇ ਅਕਾਲੀ ਦਲ ਬਾਦਲ ਦੇ ਬੀਬੀ ਜੰਗੀਰ ਕੌਰ ਜਿਹੜੀ ਕਹਿੰਦੀ ਪ੍ਰਧਾਨ ਸ਼੍ਰੋਮਣੀ ਕਮੇਟੀ, ਆ ਜਥੇਦਾਰ ਹਰਪ੍ਰੀਤ ਸਿੰਘ ਤੇ ਸਾਬਕਾ ਆਈਜੀ ਖੱਟੜਾ ਬੋਲ ਰਹੇ ਨੇ ਅਕਾਲ ਸਾਹਿਬ ਤੇ ਖੜ ਕੇ, ਤੇ ਬੁਲਾਰੇ ਬਣ ਰਹੇ ਨੇ ਬਾਦਲ ਅਕਾਲੀ ਦਲ ਦੇ। ਐਡੇ ਪਵਿੱਤਰ ਸਥਾਨ ਦੇ ਉੱਤੇ ਖੜ ਕੇ ਕਿਤੇ ਹੋਰ ਕਰ ਲੈਂਦੇ ਸੀ ਮੀਟਿੰਗ। ਅੱਜ ਥੱਲੇ ਬੈਠਾ ਇੱਕ ਵੀਡੀਓ ਦੇਖਣ ਚ ਆਈ, ਹਰਪ੍ਰੀਤ ਸਿੰਘ ਬੋਲਦਾ ਹੈ ਇਹਨਾਂ ਦੇ ਇਹ 295 ਦਾ ਕੇਸ ਨਹੀਂ ਦਰਜ ਹੋਣਾ ਚਾਹੀਦਾ। ਕਿੰਨਾਂ ਦੇ ਉੱਤੇ? ਪਹਿਲਾਂ ਤਾਂ ਜੋ ਕਿਹਾ ਉਹ ਸਿੱਧ ਕੀਤਾ ਜਾਵੇ। ਕਿਹੜਾ 200? ਮੈਂ ਪੁੱਛਣਾ ਚਾਹੁੰਦਾ ਜਥੇਦਾਰ ਹਰਪ੍ਰੀਤ ਸਿੰਘ ਨੂੰ ਵੀ 328 ਸਰੂਪ ਉਹ 295 ਦੇ ਪਰਚੇ ਕਿਹਦੇ ਦਰਜ ਕਰੋਗੇ? ਇੱਕ ਨੇ ਤਾਂ ਵੇਚੇ ਨਹੀਂ, ਉਹ ਮਹਾਰਾਜ ਦੇ ਸਰੂਪ ਹੀ ਵੇਚਤੇ। ਤੇ ਤੁਹਾਡੀ ਗੁੰਡਾ ਫੋਰਸ ਨੇ ਉਹ ਸਰੂਪਾਂ ਦੀ ਖੋਜ ਮੰਗਦੇ ਵੀ ਕਿੱਥੇ ਗਏ ਸਰੂਪ, ਕਿ ਉਹ ਕਿਵੇਂ ਕੁੱਟੇ, ਕਿਵੇਂ ਦਸਤਾਰਾਂ ਲਾਈਆਂ, ਕਿਵੇਂ ਬੇਅਦਬੀਆਂ, ਉਹ ਨਹੀਂ ਉਹ ਕਿਹਤੇ ਕਰੋਗੇ? ਉਹ 328 ਸਰੂਪਾਂ ਦੇ ਪਰਚੇ ਕਿਹਦੇ ਦਰਜ ਕਰਨੇ ਦੱਸੋਗੇ? ਜਿਹੜਾ ਤੁਸੀਂ ਬਣਾਇਆ ਸੀ ਭਾਈ ਈਸ਼ਰ ਸਿੰਘ ਵਾਲਾ ਕਮਿਸ਼ਨ, ਉਹਦੀ ਰਿਪੋਰਟ ਕਿਹੜੀ ਲਾਗੂ ਕਰਤੀ? ਉਹਨੇ ਤਾਂ ਕਿਹਾ ਸੀ ਫੌਜਦਾਰੀ ਮੁਕੱਦਮੇ ਕਰਾਓ ਦਰਜ ਇਹਨਾਂ ਦੇ ਉੱਤੇ, ਤੇ ਕੋਹਲੀ ਤੋਂ ਲੈ ਲਏ ਪੈਸੇ ਵਾਪਸ, ਜਿਹਨੂੰ ਕਰੋੜਾਂ ਰੁਪਈਆ ਦਿੱਤਾ, ਜਿਹੜਾ ਕਹਿੰਦੇ ਅਸੀਂ ਵਾਪਸ ਲਵਾਂਗੇ ਪੈਸੇ, ਲੈ ਲਏ ਵਾਪਸ। ਉਹ ਆ ਜੰਗੀਰ ਕੌਰ ਕਹਿੰਦੀ ਉਹ ਗੱਲਾਂ ਨਹੀਂ ਕਰਦੇ ਜਦੋਂ ਕਾਂਗਰਸ ਨੇ ਹਮਲਾ ਕੀਤਾ ਤੇ ਸਰੂਪ ਕੌਣ ਨਹੀਂ ਕਰਦੇ? ਉਹ ਹਰ ਵਾਰ ਗੱਲਾਂ ਕਰਦੇ ਆ ਜਦੋਂ ਇਹ ਸ਼ਹੀਦੀ ਦਿਹਾੜੇ ਆਉਂਦੇ ਉਸ ਵਿਸ਼ੇ, ਉਦੋਂ ਤਾਂ ਗੱਲ ਹੁੰਦੀ ਹੈ, ਹਮੇਸ਼ਾ ਅਸੀਂ ਗੱਲ ਕਰਦੇ ਹਾਂ ਵੀ ਉਸ ਵੇਲੇ ਸਾਰਾ ਕਤਲੇਆਮ ਹੋਇਆ, ਹਮੇਸ਼ਾ ਅਸੀਂ, ਕੌਣ ਨਹੀਂ ਗੱਲ ਕਰਦਾ ਇਹ? ਪਰ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਉਹਨਾਂ ਪਾਪੀਆਂ ਨੇ ਤੇ ਕੰਮ ਕੀਤਾ ਕੋਈ ਸ਼ੱਕ ਨਹੀਂ, ਰੈਫਰੈਂਸ ਲਾਇਬ੍ਰੇਰੀ ਲੁੱਟ ਕੇ ਲੈ ਗਏ ਸਾਡੀ, ਕੋਈ ਸ਼ੱਕ ਨਹੀਂ, ਪਰ ਜਿਹੜੀ ਮੋੜਤੀ ਉਹ ਜੋ ਗੁਰਦੁਆਰਾ ਰਾਮਸਰ ਸਾਹਿਬ ਜੋ ਮੇਨ ਪ੍ਰੈਸ ਹੈ ਉੱਥੇ ਦੇ ਉਸ ਵੇਲੇ ਅਗਨੀ ਦੀ ਘਟਨਾ ਵਾਪਰੀ, ਉਸ ਤੋਂ ਬਾਅਦ ਵੀ ਉਹ ਗਿਣਤੀਆਂ ਨੂੰ ਕਿਵੇਂ ਛੁਪਾਇਆ ਗਿਆ? ਅਗਨ ਭੇਟ ਹੋਏ ਸਰੂਪਾਂ ਦੀਆਂ ਗਿਣਤੀਆਂ ਨੂੰ ਕਿਉਂ ਛੁਪਾਇਆ? ਕਾਰਨ ਕੀ ਸੀ ਉਹਦੇ ਵਿੱਚ? ਥੱਲਿਓਂ ਬੈਠ ਕੇ ਇੱਕ ਕੌਮ ਦੇ ਜਥੇ ਦਾ ਕਰਾਉਂਦਾ, ਥੱਲਿਓਂ ਬੈਠੇ ਇਦਾਂ ਜੇ ਬੋਲਣਾ, ਇਹ ਜੀ ਦਰਜ ਨਹੀਂ ਹੋਣਾ ਜੇ 295 ਇਹ ਤਾਂ ਫਿਰ ਉਦੋਂ ਦਰਜ ਹੀ ਸਾਰਾ ਕੁਛ ਕਰ ਲੈਂਦੇ, ਸਾਰਾ ਕੁਛ ਸਬੂਤ ਪੇਸ਼ ਕਰਦੇ ਜੋ ਦੋਸ਼ ਲਾਏ ਨੇ ਅੱਜ। ਸੋ ਇਹਨਾਂ ਗੱਲਾਂ ਨੂੰ ਸਮਝਣਾ, ਕੋਈ ਆਪਣਾ ਥੋੜਾ ਜਿਹਾ ਆਪਣੀ ਪਦਵੀ ਦਾ ਜਾਂ ਉਹਦਾ ਖਿਆਲ ਰੱਖਿਆ ਜਾਵੇ। ਪਰ ਅਫਸੋਸ ਅੱਜ ਮਤਲਬ ਇੱਕ ਰਾਜਨੀਤਿਕ ਪਾਰਟੀ ਦੇ ਬੁਲਾਰੇ ਬਣ ਕੇ ਬੋਲ ਰਹੇ ਨੇ ਇਹ ਲੋਕ। ਇਹਨਾਂ ਲੋਕਾਂ ਤੋਂ ਸੁਚੇਤ ਹੋਣਾ ਕਿ ਇਹ ਰਾਜਨੀਤੀ ਇਹਨਾਂ ਨੇ ਸ਼ੁਰੂ ਕੀਤੀ, ਅਸੀਂ ਨਹੀਂ ਸ਼ੁਰੂ ਕੀਤੀ। ਅਸੀਂ ਅੱਜ ਤੱਕ ਕਦੇ ਬੋਲੇ ਕਿਉਂ? ਸਾਨੂੰ ਪਤਾ ਸੀ ਵੀ ਗੱਲ ਰਾਜਨੀਤੀ ਦੇ ਵਿੱਚ ਇਹਨਾਂ ਨੇ ਪਾ ਦਿੱਤੀ ਹੈ ਤੇ ਚੁੱਪ ਭਲੀ ਹੈ। ਨਿਆਂ ਅਸੀਂ ਮੰਗਦੇ ਰਹੇ ਵਾਰ-ਵਾਰ, ਪਰ ਅੱਜ ਅਸੀਂ ਪਹਿਲੀ ਵਾਰ ਤੁਹਾਡੇ ਸਾਹਮਣੇ ਆਏ ਹਾਂ। ਇਸ ਕਰਕੇ ਹੁਣ ਇਹਨਾਂ ਨੇ ਨਵੀਂ ਰਾਜਨੀਤੀ ਸ਼ੁਰੂ ਕੀਤੀ ਹੈ, ਆਪ ਅਕਾਲ ਤਖ਼ਤ ਸਾਹਿਬ ਤੋਂ ਵਰਤ ਕੇ, ਉਹ ਵੀ ਆ ਵੋਟਾਂ ਦੇ ਨੇੜੇ ਆ ਕੇ, ਤੇ ਅੱਗੇ ਪਤਾ ਨਹੀਂ ਕੀ ਕੁਛ ਇਹਨਾਂ ਨੇ ਕਰਨਾ ਹੈ, ਕੀ ਕੁਫਰ ਤੋਲਣੇ ਹੈ। ਇਸ ਕਰਕੇ ਅਸੀਂ ਇਹਨਾਂ ਦੇ ਕੁਫਰਾਂ ਤੋਂ ਸੁਚੇਤ ਹੋਣਾ ਹੈ, ਬਚਣਾ ਹੈ। ਆਖਰ ਦੇ ਉੱਤੇ ਕੈਪਟਨ ਸਰਕਾਰ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਭਗੌੜੇ ਨੇ ਤਿੰਨ ਇਹਨਾਂ ਦੇ ਸਾਸੇ ਦੀ ਕਮੇਟੀ ਵਾਲੇ, ਉਹ ਕੀ ਨਾਂ ਹੈ ਉਹਨਾਂ ਦੇ, ਪ੍ਰਦੀਪ ਸੁਖਵਿੰਦਰ ਸਿੰਘ ਰੰਧਾਵਾ, ਨਹੀਂ ਹਰਸ਼ ਧੂਰੀ, ਤੇ ਉਹ ਸਾਰਾ 2-3 ਬੰਦੇ, ਉਹਨਾਂ ਭਗੌੜਿਆਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ। ਤੇ ਉਸ ਤੋਂ ਬਾਅਦ ਫਿਰ ਅੱਗੇ ਉਹ ਦੱਸਣਗੇ ਸੌਦਾ ਸਾਧ, ਉਹਨੂੰ ਲਿਆ ਕੇ ਇੱਥੇ ਬਰੰਟ ਦੇ ਉੱਤੇ, ਤੇ ਉਹ ਤੋਂ ਸਖਤੀ ਨਾਲ ਪੁੱਛਗਿੱਛ ਖਾਰਿਜ ਕੀਤੀ ਜਾਵੇ। ਸੋ ਇਹ ਇੱਥੋਂ ਤੱਕ ਇਹ ਸਿਰੇ ਕੇਸ ਲੱਗਣਾ ਹੈ, ਜਾ ਕੇ ਸੌਦਾ ਸਾਧ ਤੱਕ, ਉਹ ਡੇਰਾ ਮੁਖੀ ਤੱਕ ਜਾ ਕੇ ਕੇਸ ਲੱਗਣਾ ਹੈ। ਤੇ ਇਸ ਕਰਕੇ ਸਰਕਾਰ ਵੀ ਆਪਣਾ ਜਲਦ ਤੋਂ ਜਲਦ ਯਤਨ ਕਰੇ, ਤੇ ਨਾਲ ਜਿਹੜੇ ਕੋਟਕਪੂਰਾ ਗੋਲੀਕਾਂਡ ਤੇ ਬਹਿਬਲ ਗੋਲੀਕਾਂਡ, ਕਿ ਜਲਦ ਤੋਂ ਜਲਦੀ ਸੰਗਤਾਂ ਨੂੰ ਇਨਸਾਫ ਦਿੱਤਾ ਜਾਵੇ, ਕਿਉਂਕਿ ਦੇਰ ਪਹਿਲੇ ਬਹੁਤ ਹੋ ਚੁੱਕੀ ਹੈ। ਤੇ ਨਾਲ ਵੈਸੇ ਤਾਂ ਫਰਜ਼ੀ ਬਣਦਾ ਇਨਸਾਫ ਦੀਆਂ ਸਰਕਾਰਾਂ ਦਾ, ਪਰ ਤੁਸੀਂ ਤਾਂ ਗੁਟਕਾ ਮੱਥੇ ਨੂੰ ਹੱਥ ਲਾ ਕੇ ਕਸਮ ਖਾ ਕੇ ਗਿਆ ਸੀ ਅਮਰਿੰਦਰ ਸਿੰਘ ਜੀ, ਤੁਸੀਂ ਕਿਹਾ ਸੀ ਕਿ ਕੁਝ ਦਿਨਾਂ ਦੇ ਵਿੱਚ, ਕੁਝ ਮਹੀਨਿਆਂ ਦੇ ਵਿੱਚ ਇਨਸਾਫ ਦੇਵਾਂਗੇ, ਤੇ 4.5 ਸਾਲ ਲੰਘ ਚੁੱਕੇ ਨੇ। ਆਪਣੀ ਉਹ ਖਾਧੀ ਕਸਮ ਨੂੰ ਯਾਦ ਕਰੋ, ਤੇ ਜਲਦ ਤੋਂ ਜਲਦੀ ਇਹ ਸਾਰਾ ਜਿਹੜਾ ਕਾਂਡ ਹੈ ਇਹਦਾ ਇਨਸਾਫ ਸੰਗਤਾਂ ਨੂੰ ਦਿੱਤਾ ਜਾਵੇ।
ਤੇ ਨਾਲ ਮੈਂ ਦੱਸਣਾ ਚਾਹੁੰਦਾ ਜਗੀਰ ਕੌਰ ਨੂੰ ਜਿਹੜਾ ਕਹਿੰਦੇ ਸੀ ਨਾ ਬਾਰ-ਬਾਰ ਆ ਰਾਮ ਰਹੀਮ ਜਾਂ ਰਾਮ ਰਹੀਮ ਕੌਣ ਹੈ, ਇਹ ਨਾ ਰਾਮ ਨਾ ਰਹੀਮ, ਇਹ ਰਾਮ ਰਹੀਮ ਉਹੀ ਹੈ ਜਿਹਦੇ ਵਾਸਤੇ ਤੇਰੇ ਆਕਿਆਂ ਨੇ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਦਾਤੇ ਵਰਤੀ।